मेरे वालों सारे भैन भरावां नूं जय मसीह दी। परमेश्वर दे प्यारिओ, अज जो मैं वीडियो जो बना रहा हाँ, अज मैं एक सवाल दे नाल ये वीडियो नूं स्टार्ट करन लगा हाँ कि परमेश्वर पाप नूं क्यों बहुत सारी नफरत करता है। ये अज दा टॉपिक है। ये आपां जानते हाँ क्योंकि परमेश्वर पवित्र है, ਉਹਦੇ ਵਿੱਚ पाप है ही नहीं, तो इसलिए वो पाप नूं नफरत करता है। बाइबल सानू इस पाप के बारे की दसदी है कि परमेश्वर क्यों पाप नूं नफरत करता है। पहला आपां हुण बाइबल पढ़ते हाँ। ये उत्पत्ति किताब है, 3 चैप्टर आ, तो ਉਹਦੀ मैं 8वीं ते 9वीं ते 10वीं आयत पढ़ांगा। पहला इत्थे इस तरीके लिखा गया है पवित्र बाइबल दे विच, तां हवा ने ते आदम ने यहोवा परमेश्वर की आवाज़ सुनी जद वो बाग विच ठंडे वेले फिरदा सी, ते उस मर्द और उसदी तीमी ने बाग दे वृक्षां दे विचकार यहोवा परमेश्वर के सामने अपने आप नूं लुकोया। तद यहोवा परमेश्वर ने आदमी नूं पुकार के आखिया, तू कित्थे हैं आदम, तू कित्थे हैं। उसने आखिया कि तेरी आवाज़ बाग में सुन के मैं डर गया हाँ, क्यों जो मैं नंगा सा, सो मैं अपने आप नूं लुकोया है। तो उसने आखिया, किहने तेन दसिया सी भाई तू नंगा है। जिस वृक्ष तो मैं तेन हुक्म दिता सी कि तू उस तो ना खाए, तू उस तो खाधा। ये पहला पाप सी जो आदम ते हवा ने किया। फिर ਉਹਦੇ 2 ਪੁੱਤ ਸਨ, ਉਹਦੇ ਬਾਰੇ ਕੀ ਕਹਿੰਦੇ ਹਨ। ਕਾਇਨ ਤੇ ਹਾਬਿਲ 2 ਪੁੱਤ ਸਨ ਆਦਮ ਤੇ ਹਵਾ ਦੇ। ਪਰ ਕਾਇਨ ਨੇ ਆਪਣੇ ਭਰਾ ਹਾਬਿਲ ਨੂੰ ਕੁਝ ਕਿਹਾ। ਜਦ ਉਹ ਖੇਤ ਵਿੱਚ ਸਨ ਤਾਂ ਇਹ ਹੋਇਆ ਕਿ ਕਾਇਨ ਨੇ ਆਪਣੇ ਭਰਾ ਹਾਬਿਲ ਦੇ ਵਿਰੁੱਧ ਉੱਠ ਕੇ ਉਹਨੂੰ ਮਾਰ ਸੁੱਟਿਆ। ਤਾਂ ਯਹੋਵਾ ਨੇ ਕਾਇਨ ਨੂੰ ਆਖਿਆ, तेरा भरा हाबल कित्थे है। उसने आखिया, मैं नहीं जानता, भला मैं अपने भरा दा राखा हाँ। फिर उसने आखिया, तैं की कीता। तेरे भरा दा लहू दी आवाज़ जमीन वालों मेरे अगे दुहाई दिंदी है। काइन ने ते हाबल दे विरुद्ध झगड़ा होया, एक ने दूजे नूं मार सुटिया। ये सी पाप का कारण। फिर मैं हुण तुहाडे सामने कहोता दी इंजील, कहोता उहदा 6वां चैप्टर है, 12 तो लाके 19 तक पढ़ांगा। इत्थे भी बहुत सारे पाप लिखे हुए हैं जिन्हां नूं परमेश्वर घृणा करता है, उन्हें बहुत नफरत आउंदी है पापां तो। इत्थे इस तरीके नाल लिखा गया है, कहोता 6 12 तो लाके 18 तक, बल्कि 19 तक। नकम्मा आदमी अते बुरा मनुख पुट्ठा मूँह लई फिरदा है, ते अखां मारदा है, ते पैरां नूं घसाउंदा है, ते उंगलां नाल सैंता करदा है, सैंता मारदा है। ਉਹਦਾ मन टेढ़ा है, वो नित बुराई ਦੀਆਂ जुगतां करदा है, ते झगड़े पाउंदा है। ਤਾਂ ਹੀ ਉਹਦੇ ਉੱਤੇ ਬਿਪਤਾ ਅਚਾਨਕ ਆ ਪਵੇਗੀ। ਇੱਕ ਪਲ ਵਿੱਚ ਉਹ ਬੇਇਲਾਜਾ ਭੰਨਿਆ ਜਾਵੇਗਾ। 6 ਵਸਤਾਂ ਦੇ ਨਾਲ ਯਹੋਵਾ ਬੈਰ ਰੱਖਦਾ ਹੈ, ਬਲਕਿ ਪਾਪਾਂ ਦੇ ਨਾਲ। ਸਗੋਂ 7 ਹਨ ਜਿਹੜੀਆਂ ਉਹਦੇ ਜੀ ਨੂੰ ਘਿਨਾਉਣੀਆਂ ਲੱਗਦੀਆਂ ਹਨ, ਚੰਗੀਆਂ ਬਿਲਕੁਲ ਨਹੀਂ ਲੱਗਦੀਆਂ। ਉੱਚੀਆਂ ਅੱਖਾਂ, ਝੂਠੇ ਜੀਭ ਅਤੇ ਬੇਦੋਸ਼ੇ ਦਾ ਖੂਨ, ਕੰਨ ਵਾਲੇ ਹੱਥ, ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਉਹ ਪੈਰ ਜਿਹੜੇ ਬੁਰਾਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ, ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ, ਤੇ ਭਾਈਆਂ ਵਿੱਚ ਝਗੜੇ ਪਾਉਣ ਵਾਲਾ। ਹੇ ਮੇਰੇ ਪੁੱਤਰ, ਤੂੰ ਆਪਣੇ ਪਿਤਾ ਦੀ ਆਗਿਆ ਮੰਨ ਤੇ ਆਪਣੇ ਮਾਤਾ ਦੀ ਤਲੀਮ ਨੂੰ ਨਾ ਛੱਡ।
ਪਰਮੇਸ਼ਰ ਨੇ ਆਖਿਆ ਕਿ ਆਦਮੀ ਨੂੰ ਆਓ ਆਪਾਂ ਆਦਮੀ ਨੂੰ ਆਪਣੇ ਸਰੂਪ ਉਤੇ ਬਣਾਈਏ। ਤੇ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉਤੇ ਉਤਪਤ ਕੀਤਾ, ਨਰ ਤੇ ਨਾਰੀ ਨੂੰ, ਅਰਥਾਤ ਆਦਮ ਤੇ ਹਵਾ ਨੂੰ। ਜਿਸ ਇਨਸਾਨ ਨੂੰ ਆਪਣੇ ਲਈ ਉਤਪਤ ਕੀਤਾ ਸੀ, ਜੋ ਮੇਰੇ ਨਾਲ ਹਮੇਸ਼ਾ ਰਹਿਣ ਤੇ ਮੇਰੇ ਹੱਥਾਂ ਵਿੱਚ ਆਪਣੇ ਜੀਵਨ ਨੂੰ ਸਪੁਰਦ ਕਰ ਦੇਣ, ਅਰਪਣ ਕਰ ਦੇਣ ਤੇ ਮੇਰੇ ਨਾਲ ਸੰਗਤੀ ਕਰਨ, ਪਰ ਇਸ ਤਰ੍ਹਾਂ ਨਹੀਂ ਹੋਇਆ। ਉਹ ਪਾਪ ਕਰ ਬੈਠੇ ਤੇ ਸੰਗਤੀ ਟੁੱਟ ਗਈ ਸੀ। ਹੁਣ ਉਹੀ ਇਨਸਾਨ ਹੈ ਜੋ ਪਾਪਾਂ ਦੇ ਗੁਲਾਮ ਹਨ। ਇਹ ਮੁੜ ਤੋਂ ਹੀ ਤੁਰਿਆ ਪਾਪ, ਮੁੜ ਤੋਂ ਹੀ ਤੁਰਿਆ ਆਇਆ ਹੈ। ਹਰ ਇੱਕ ਪੀੜ੍ਹੀ ਵਿੱਚ ਪਾਪ ਤੁਰਿਆ ਆਇਆ ਹੈ, ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਪਾਪ ਤੁਰਿਆ ਆਇਆ ਹੈ। ਤੇ ਬਾਈਬਲ ਦੱਸਦੀ ਹੈ ਕਿ ਸਭਨਾਂ ਨੇ ਪਾਪ ਕੀਤਾ ਹੈ ਤੇ ਸਭੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿਤ ਹੋ ਗਏ ਹਨ। ਸੋ ਜੋ ਪਾਪ ਕਰਦੇ ਹਨ ਉਹ ਪਾਪ ਦੇ ਗੁਲਾਮ ਹਨ। ਇਹ ਬਾਈਬਲ ਦੱਸਦੀ ਹੈ। ਇਹ ਯਹੋਨਾ ਦੀ ਇੰਜੀਲ ਉਹਦਾ 8ਵਾਂ ਚੈਪਟਰ 34ਵੀਂ ਆਇਤ ਵਿੱਚ ਲਿਖਿਆ ਗਿਆ ਹੈ। ਪਾਪਾਂ ਨੇ ਹੀ ਇਨਸਾਨਾਂ ਤੇ ਪਰਮੇਸ਼ਰ ਵਿੱਚ ਜੁਦਾਈ ਪਾ ਦਿੱਤੀ ਹੈ। ਪਰਮੇਸ਼ਰ ਪਾਪਾਂ ਨੂੰ ਬਹੁਤ ਨਫ਼ਰਤ ਕਰਦਾ ਹੈ, ਕਿਉਂਕਿ ਦੋ ਭਰਾਵਾਂ ਵਿੱਚ ਲੜਾਈ ਝਗੜਾ ਪੈਦਾ ਹੋਇਆ ਤੇ ਇੱਕ ਨੇ ਦੂਜੇ ਦਾ ਖੂਨ ਕਰ ਦਿੱਤਾ। ਇਹ ਪਾਪ ਦਾ ਨਤੀਜਾ ਸੀ ਦੋਨਾਂ ਭਰਾਵਾਂ ਦੇ ਵਿੱਚ, ਹਾਬਿਲ ਤੇ ਕਾਇਨ ਵਿੱਚ। ਪਰਮੇਸ਼ਰ ਪਾਪ ਨੂੰ ਇਸ ਲਈ ਨਫ਼ਰਤ ਕਰਦਾ ਹੈ ਕਿ ਹਰ ਇੱਕ ਜੋ ਪਾਪ ਹੈ ਉਹ ਹਰ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰਦਾ ਹੈ। ਜੋ ਚੋਰੀ ਕਰਦਾ, ਮਾਰ ਸੁੱਟਣ ਦੇ ਮਗਰ ਲੱਗਾ ਹੋਇਆ ਹੈ, ਉਹ ਪਾਪ ਹੈ। ਇਨਸਾਨ ਦੀ ਜ਼ਿੰਦਗੀ ਨੂੰ ਮਾਰ ਸੁੱਟਣ ਦੇ ਮਗਰ ਲੱਗਾ ਹੋਇਆ ਹੈ। ਇਨਸਾਨ ਦੀ ਜ਼ਿੰਦਗੀ ਨੂੰ ਚਲਾਉਣਾ ਚਾਹੁੰਦਾ ਹੈ ਕਿ ਉਹ ਇਹ ਜਿਹੜੀ ਜ਼ਿੰਦਗੀ ਪਰਮੇਸ਼ਰ ਨੂੰ ਬਖਸ਼ੀ ਹੈ ਇਹ ਕਿਤੇ ਬਿਹਤਰ ਨਾ, ਕਿਤੇ ਪਵਿੱਤਰਤਾਈ ਵਿੱਚ ਨਾ ਚਲਾ ਸਕੇ। ਇਸ ਲਈ ਸਾਡਾ ਜੋ ਪਰਮੇਸ਼ਰ ਹੈ ਉਹ ਪਾਪ ਨੂੰ ਨਫ਼ਰਤ ਕਰਦਾ ਹੈ। ਉਹ ਚਾਹੁੰਦਾ ਨਹੀਂ ਕਿ ਜੋ ਇਨਸਾਨ ਹੈ ਉਹ ਬੁਰੀਆਂ ਰਾਹਾਂ ਵੱਲ ਲੱਗੇ ਰਹਿਣ, ਬੁਰੀਆਂ ਰਾਹਾਂ ਦੇ ਉੱਪਰ ਚੜ੍ਹਨ, ਪਾਪਾਂ ਵਿੱਚ ਪਾਪ ਕਰੀ ਜਾਣ। ਪਰਮੇਸ਼ਰ ਇਹ ਚਾਹੁੰਦਾ ਨਹੀਂ। ਇਸ ਲਈ ਪਰਮੇਸ਼ਰ ਪਾਪ ਨੂੰ ਨਫ਼ਰਤ ਕਰਦਾ ਹੈ, ਕਿਉਂਕਿ ਇਨਸਾਨ ਨੂੰ ਪਰਮੇਸ਼ਰ ਨੇ ਆਪਣੀ ਸ਼ਕਲ ਤੇ ਆਪਣੇ ਸਰੂਪ ਤੇ ਬਣਾਇਆ ਹੋਇਆ ਹੈ। ਕਿਉਂਕਿ ਪਰਮੇਸ਼ਰ ਸਾਨੂੰ ਬਰਕਤਾਂ ਦੇਣੀਆਂ ਚਾਹੁੰਦਾ ਹੈ, ਤੇ ਪਰ ਜੋ ਸਰਾਪ ਹੈ, ਜੋ ਪਾਪ ਹੈ, ਉਹ ਇਨਸਾਨ ਨੂੰ ਸਰਾਪ ਦਿੰਦਾ ਹੈ। ਪਾਪ ਦੇ ਹੀ ਕਾਰਨ ਸ਼ਾਦੀਆਂ ਟੁੱਟੀਆਂ ਜਾਂਦੀਆਂ ਹਨ, ਸ਼ਾਦੀਆਂ ਟੁੱਟ ਜਾਂਦੀਆਂ ਹੈ ਕਿ ਹਰ ਇੱਕ ਜੋ ਪਾਪ ਹੈ ਉਹ ਹਰ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰਦਾ ਹੈ। ਜੋ ਚੋਰੀ ਕਰਦਾ, ਮਾਰ ਸੁੱਟਣ ਦੇ ਮਗਰ ਲੱਗਾ ਹੋਇਆ ਹੈ, ਉਹ ਪਾਪ ਹੈ। ਇਨਸਾਨ ਦੀ ਜ਼ਿੰਦਗੀ ਨੂੰ ਮਾਰ ਸੁੱਟਣ ਦੇ ਮਗਰ ਲੱਗਾ ਹੋਇਆ ਹੈ। ਇਨਸਾਨ ਦੀ ਜ਼ਿੰਦਗੀ ਨੂੰ ਚਲਾਉਣਾ ਚਾਹੁੰਦਾ ਹੈ ਕਿ ਉਹ ਇਹ ਜਿਹੜੀ ਜ਼ਿੰਦਗੀ ਪਰਮੇਸ਼ਰ ਨੂੰ ਬਖਸ਼ੀ ਹੈ ਇਹ ਕਿਤੇ ਬਿਹਤਰ ਨਾ, ਕਿਤੇ ਪਵਿੱਤਰਤਾਈ ਵਿੱਚ ਨਾ ਚਲਾ ਸਕੇ। ਇਸ ਲਈ ਸਾਡਾ ਜੋ ਪਰਮੇਸ਼ਰ ਹੈ ਉਹ ਪਾਪ ਨੂੰ ਨਫ਼ਰਤ ਕਰਦਾ ਹੈ। ਉਹ ਚਾਹੁੰਦਾ ਨਹੀਂ ਕਿ ਜੋ ਇਨਸਾਨ ਹੈ ਉਹ ਬੁਰੀਆਂ ਰਾਹਾਂ ਵੱਲ ਲੱਗੇ ਰਹਿਣ, ਬੁਰੀਆਂ ਰਾਹਾਂ ਦੇ ਉੱਪਰ ਚੜ੍ਹਨ, ਪਾਪਾਂ ਵਿੱਚ ਪਾਪ ਕਰੀ ਜਾਣ। ਪਰਮੇਸ਼ਰ ਇਹ ਚਾਹੁੰਦਾ ਨਹੀਂ। ਇਸ ਲਈ ਪਰਮੇਸ਼ਰ ਪਾਪ ਨੂੰ ਨਫ਼ਰਤ ਕਰਦਾ ਹੈ, ਕਿਉਂਕਿ ਇਨਸਾਨ ਨੂੰ ਪਰਮੇਸ਼ਰ ਨੇ ਆਪਣੀ ਸ਼ਕਲ ਤੇ ਆਪਣੇ ਸਰੂਪ ਤੇ ਬਣਾਇਆ ਹੋਇਆ ਹੈ। ਕਿਉਂਕਿ ਪਰਮੇਸ਼ਰ ਸਾਨੂੰ ਬਰਕਤਾਂ ਦੇਣੀਆਂ ਚਾਹੁੰਦਾ ਹੈ, ਤੇ ਪਰ ਜੋ ਸਰਾਪ ਹੈ, ਜੋ ਪਾਪ ਹੈ, ਉਹ ਇਨਸਾਨ ਨੂੰ ਸਰਾਪ ਦਿੰਦਾ ਹੈ। ਪਾਪ ਦੇ ਹੀ ਕਾਰਨ ਸ਼ਾਦੀਆਂ ਟੁੱਟੀਆਂ ਜਾਂਦੀਆਂ ਹਨ, ਸ਼ਾਦੀਆਂ ਟੁੱਟ ਜਾਂਦੀਆਂ ਹਨ ਤੇ ਬੱਚੇ ਮਾਂ ਬਾਪ ਦੇ ਆਗਿਆਕਾਰੀ ਬਣਦੇ ਹਨ। ਪਾਪ ਦੇ ਹੀ ਕਾਰਨ ਲੜਾਈਆਂ ਝਗੜੇ ਹੁੰਦੇ ਹਨ, ਦੂਜੇ ਦੇਸ਼ਾਂ ਦੇ ਨਾਲ ਲੜਾਈਆਂ ਝਗੜੇ ਕਰਦੇ ਹਨ, ਉਹਨਾਂ ਵਿੱਚ ਕੋਈ ਮੇਲ ਮਿਲਾਪ ਨਹੀਂ ਹੁੰਦਾ। ਇਹ ਸਾਰੇ ਪਾਪ ਦੇ ਕਾਰਨ ਹਨ। ਇਹ ਪਾਪ ਦਾ ਨਤੀਜਾ ਹੈ ਜੋ ਇਸ ਦੁਨੀਆ ਵਿੱਚ ਬਹੁਤ ਜਲਦੀ ਹੋਰ ਵੱਧ ਰਿਹਾ ਹੈ ਦਿਨ ਪਰ ਦਿਨ। ਫਿਰ ਪਰਮੇਸ਼ਰ ਕਦੀ ਪਾਪ ਦੇ ਨਾਲ, ਪਰਮੇਸ਼ਰ ਕਦੀ ਵੀ ਪਾਪ ਦੇ ਨਾਲ ਸਹਿਮਤ ਨਹੀਂ ਹੋਵੇਗਾ, ਕਦੀ ਵੀ ਪਾਪ ਨਾਲ ਸਮਝੌਤਾ ਨਹੀਂ ਕਰੇਗਾ, ਬਲਕਿ ਪਾਪ ਨੂੰ ਹਮੇਸ਼ਾ ਉਹਦਾ ਬੈਰੀ ਰਹੇਗਾ। ਕਿਉਂਕਿ ਪਾਪ ਹੀ ਇਨਸਾਨ ਕੋਲੋਂ ਝੂਠ ਬੁਲਾਉਂਦਾ ਹੈ ਤੇ ਝੂਠ ਦਾ ਪਤੰਦਰ ਸ਼ੈਤਾਨ ਹੈ। ਸ਼ੈਤਾਨ ਝੂਠ ਨੂੰ ਸੱਚ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਹੈ,
ਪਰ ਇਸ ਤਰੀਕੇ ਨਾਲ ਹੋ ਨਹੀਂ ਸਕਦਾ, ਕਿਉਂਕਿ ਜਿਹੜਾ ਝੂਠ ਹੈ ਉਹ ਹਮੇਸ਼ਾ ਝੂਠ ਹੀ ਰਹੇਗਾ। ਕਿਉਂ ਜੋ ਇਨਸਾਨ ਪਾਪ ਕਰਦਾ ਹੈ ਉਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਵਾਰਥੀ ਹਾਂ, ਉਹ ਮਾਇਆ ਦਾ ਲੋਭੀ ਬਣਿਆ ਹੋਇਆ ਹੈ, ਉਹ ਸ਼ੇਖੇਬਾਜ਼ੀ ਕਰਦਾ ਹੈ। ਇਹ ਇਨਸਾਨਾਂ ਦੀ ਮੈਂ ਗੱਲਾਂ ਕਰ ਰਿਹਾ ਹਾਂ। ਹੰਕਾਰੀ ਇਨਸਾਨ ਹੰਕਾਰੀ ਬਣ ਗਿਆ ਹੈ, ਪਰ ਉਹ ਹੰਕਾਰੀ ਬਣ ਗਿਆ ਹੈ, ਉਹ ਘਮੰਡੀ ਬਣ ਗਏ ਹਨ, ਉਹ ਭੋਗ ਬਿਲਾਸ ਦੇ ਪ੍ਰੇਮੀ ਬਣੇ ਹੋਏ ਹਨ। ਬਹੁਤ ਸਾਰੇ ਕਹਿੰਦੇ ਹਨ ਕਿ ਅਸੀਂ ਭਗਤ ਲੋਕ ਹਾਂ, ਪਰ ਅੰਦਰੋਂ ਉਹ ਭਗਤ ਦਾ ਪੁਣਾ ਕੁਝ ਦਿਖਾਉਂਦੇ ਨਹੀਂ ਕਿ ਅੰਦਰ ਉਹਨਾਂ ਵਿੱਚ ਕੀ ਹੈ। ਉਹ ਦਿਲ ਤੋਂ ਉਹਨਾਂ ਦੇ ਦਿਲ ਪਰਮੇਸ਼ਰ ਤੋਂ ਦੂਰ ਹਨ, ਪਰ ਆਪਣੇ ਚਾਲ ਚਲਨਾਂ ਤੋਂ ਵੀ ਨਹੀਂ ਪ੍ਰਗਟ ਕਰ ਸਕਦੇ ਕਿ ਉਹ ਭਗਤ ਹਨ, ਭਗਤੀ ਹਨ। ਬਲਕਿ ਮੈਂ ਦੱਸਦਾ ਹਾਂ ਕਿ ਇਹ ਸਭ ਪਾਪਾਂ ਦਾ ਨਤੀਜਾ ਹੈ। ਜੋ ਆਪਣੇ ਆਪ ਨੂੰ ਭਗਤ ਸਮਝਦੇ ਹਨ ਉਹ ਭਗਤ ਹੈ ਹੀ ਨਹੀਂ ਵਿੱਚੋਂ। ਇਹ ਸਭ ਪਾਪਾਂ ਦਾ ਨਤੀਜਾ ਹੈ। ਇਸ ਲਈ ਜਿਸ ਇਨਸਾਨ ਨੂੰ ਪਰਮੇਸ਼ਰ ਨੇ ਆਪਣੇ ਲਈ ਉਤਪਤ ਕੀਤਾ ਸੀ, ਹੁਣ ਸਾਰੇ ਦੇ ਸਾਰੇ ਪਾਪ ਦੇ ਗੁਲਾਮ ਬਣੇ ਹੋਏ ਹਨ। ਇਸ ਲਈ ਰੱਬ ਪਾਪਾਂ ਨੂੰ ਨਫ਼ਰਤ ਕਰਦਾ ਹੈ ਤੇ ਪਾਪੀਆਂ ਨੂੰ ਪਿਆਰ ਕਰਦਾ ਹੈ। ਜੋ ਪਾਪ ਕਰਨ ਦੇ ਨਾਲ ਇਨਸਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ। ਇਹਦਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇਨਸਾਨ ਪਾਪਾਂ ਵਿੱਚ ਫਸਿਆ ਹੋਵੇ ਉਹਦੀ ਨੀਂਦਰ ਵੀ ਖਰਾਬ ਹੋ ਜਾਂਦੀ ਹੈ, ਉਹਦੀ ਬਹਿਣੀ ਉੱਠਣੀ ਵੀ ਖਰਾਬ ਹੋ ਜਾਂਦੀ ਹੈ ਤੇ ਉਹਦੇ ਚਿਹਰੇ ਤੇ ਖੁਸ਼ੀ ਵੀ ਕੋਈ ਨਹੀਂ ਜ਼ਾਹਰ ਹੁੰਦੀ। ਇਹ ਸਾਰੇ ਪਾਪਾਂ ਦੇ ਨਤੀਜੇ ਹਨ ਜੋ ਇਨਸਾਨਾਂ ਦੇ ਜ਼ਿੰਦਗੀ ਵਿੱਚ ਦਿਖਾਈ ਦਿੰਦੇ ਹਨ। ਤੇ ਪਰ ਲੇਕਿਨ ਪਰਮੇਸ਼ਰ ਅੱਜ ਵੀ ਇਨਸਾਨਾਂ ਨੂੰ ਪਿਆਰ ਕਰਦਾ ਹੈ। ਉਹ ਨਹੀਂ ਚਾਹੁੰਦਾ ਵੀ ਕਿਸੇ ਦਾ ਵੀ ਨਾਸ਼ ਹੋਵੇ। ਇਸ ਲਈ ਸਾਡੇ ਪਾਪਾਂ ਤੋਂ ਸਾਨੂੰ ਮੁਕਤੀ ਦੇਣ ਵਾਸਤੇ, ਜਾਂ ਸਾਨੂੰ ਛੁਟਕਾਰਾ ਦੇਣ ਵਾਸਤੇ, ਜਾਂ ਸਾਨੂੰ ਮਾਫ ਕਰਨ ਵਾਸਤੇ ਲਿਖਿਆ ਬਾਈਬਲ ਦੇ ਵਿੱਚ ਕਿ ਪਿਤਾ ਪਰਮੇਸ਼ਰ ਨੇ ਆਪਣੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ। ਯਹੋਨਾ 3:16 ਵਿੱਚ ਲਿਖਿਆ ਗਿਆ ਹੈ, ਪਵਿੱਤਰ ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ, ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਰ ਸਦੀਵਕ ਜਿਉਣ ਪਾਵੇ। ਜੋ ਨਿਹਚਾ ਕਰੇਗਾ ਉਹ ਕਦੀ ਵੀ ਪਾਪਾਂ ਤੋਂ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ, ਉਹ ਦੋਸ਼ੀ ਨਹੀਂ ਰਹੇਗਾ, ਬਲਕਿ ਉਹਦੇ ਪਾਪ ਸਾਰੇ ਮਾਫ ਕੀਤੇ ਜਾਣਗੇ। ਬਲਕਿ ਮੁਕਤੀ ਵੀ ਪ੍ਰਗਟ ਕਰੇਗਾ, ਉਸ ਨੂੰ ਮੁਕਤੀ ਵੀ ਮਿਲ ਜਾਵੇਗੀ, ਉਹ ਹਮੇਸ਼ਾ ਦਾ ਜੀਵਨ ਵੀ ਉਸ ਨੂੰ ਮਿਲ ਜਾਵੇਗਾ। ਪ੍ਰਭੂ ਯਿਸੂ ਮਸੀਹ ਨੇ ਆਪਣਾ ਖੂਨ ਬਹਾ ਕਰ ਕ੍ਰੋਸ ਦੇ ਉੱਤੇ ਤੁਹਾਡੇ ਪਾਪਾਂ ਦੀ ਕੀਮਤ ਚੁਕਾ ਦਿੱਤੀ ਹੈ, ਕਿਉਂਕਿ ਖੂਨ ਬਹਾਏ ਬਿਨਾ ਪਾਪਾਂ ਦੀ ਮਾਫੀ ਹੁੰਦੀ ਹੀ ਨਹੀਂ। ਤੇ ਸਾਨੂੰ ਕਦੀ ਵੀ ਮਾਫੀ ਨਹੀਂ ਸੀ ਮਿਲਣੀ ਜੇਕਰ ਸਾਡੇ ਪ੍ਰਭੂ ਯਿਸੂ ਮਸੀਹ ਕ੍ਰੋਸ ਦੇ ਉੱਪਰ ਚੜ੍ਹ ਕੇ ਆਪਣੀ ਜਾਨ ਨਾ ਦਿੰਦਾ ਤੇ ਨਾ ਖੂਨ ਬਹਾਉਂਦਾ ਤਾਂ। ਸੋ ਜੇ ਕੋਈ ਇਸ ਵੀਡੀਓ ਨੂੰ ਅੱਜ ਦੇਖ ਰਿਹਾ ਹੈ, ਜੋ ਸੁਣ ਰਹੇ ਹਨ ਮੇਰੀ ਆਵਾਜ਼ ਨੂੰ, ਤੇ ਮੈਂ ਤੁਹਾਡੇ ਮੂਹਰੇ ਇਹ ਮਿਹਨਤ ਕਰਦਾ ਹਾਂ ਕਿ ਤੁਸੀਂ ਪਰਮੇਸ਼ਰ ਦੀ ਮੁਕਤੀ ਨੂੰ ਅੱਜ ਹਾਸਲ ਕਰ ਲਓ, ਜੋ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਉੱਤੇ ਨਿਸ਼ਚੈ ਕਰਨ ਦੇ ਨਾਲ ਮਿਲੇਗੀ। ਤੁਸੀਂ ਆਪਣੇ ਪਾਪਾਂ ਦਾ ਇਕਰਾਰ ਕਰੋ, ਉਹ ਤੁਹਾਡੇ ਪਾਪ ਮਾਫ ਕਰ ਦੇਵੇਗਾ ਤੇ ਫਿਰ ਤੁਹਾਡਾ ਰਿਸ਼ਤਾ ਪਰਮੇਸ਼ਵਰ ਨਾਲ ਜੁੜ ਜਾਵੇਗਾ ਤੇ ਤੁਸੀਂ ਉਸਦੇ ਪੁੱਤਰ ਤੇ ਧੀਆਂ ਅੱਜ ਹੀ ਬਣ ਜਾਵੋਗੇ। ਉਹ ਤੁਹਾਡੇ ਜ਼ਿੰਦਗੀ ਦਾ ਮਾਲਕ ਬਣ ਜਾਵੇਗਾ। ਫਿਰ ਤੁਹਾਨੂੰ ਪਿਤਾ ਪਰਮੇਸ਼ਰ ਪਾਪੀ ਨਹੀਂ ਦੇਖੇਗਾ, ਬਲਕਿ ਉਹ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਧਰਮੀ ਦੇਖੇਗਾ। ਫਿਰ ਆਪਾਂ ਸ਼ੈਤਾਨ ਤੋਂ ਅਤੇ ਪਾਪਾਂ ਤੋਂ ਕਿੱਦਾਂ ਬਚ ਕੇ ਰਹਿਣਾ ਹੈ, ਇਹ ਮੈਂ ਮਸੀਹਾਂ ਦੇ ਨਾਲ ਹੁਣ ਗੱਲ ਕਰਨ ਲੱਗਾ ਹਾਂ। ਬਹੁਤ ਦਫਾ ਮਸੀਹੀ ਲੋਕ ਵੀ ਪਾਪਾਂ ਦੇ ਵਿੱਚ ਮੁੜ ਕੇ ਫੇਰ ਫਸ ਜਾਂਦੇ ਹਨ, ਤੇ ਆਪਾਂ ਨੂੰ ਕਿੱਦਾਂ ਆਪਾਂ ਬਚ ਕੇ ਰਹਿਣਾ ਹੈ, ਅੱਜ ਮੈਂ ਇਹਦੇ ਉੱਪਰ ਹੁਣ ਦੱਸਣ ਲੱਗਾ ਹਾਂ। ਜਿੱਦਾਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਾਰੇ ਇਨਸਾਨਾਂ ਨੂੰ ਪਿਆਰ ਕੀਤਾ, ਇਸੇ ਤਰੀਕੇ ਨਾਲ ਸਾਨੂੰ ਵੀ ਦੂਜਿਆਂ ਨਾਲ ਪਿਆਰ ਕਰਨਾ ਹੈ।
ਤਾਂ ਕਿ ਅਸੀਂ ਪਾਪਾਂ ਤੋਂ ਜੀਵਨ ਰਹਿਤ ਕਰ ਸਕੀਏ। ਯਾਦ ਰੱਖਣਾ ਕਿ ਹਮੇਸ਼ਾ ਕਿ ਪਾਪਾਂ ਦੀ ਸਜ਼ਾ ਕੀ ਸੀ, ਸਾਡੇ ਪਾਪਾਂ ਦੀ ਸਜ਼ਾ ਕੀ ਸੀ, ਜੋ ਸਾਡੇ ਪ੍ਰਭੂ ਯਿਸੂ ਮਸੀਹ ਨੇ ਕ੍ਰੋਸ ਤੇ ਚੜ੍ਹ ਕੇ ਆਪਣੀ ਜਾਨ ਦੇ ਦਿੱਤੀ ਤੇ ਨਾਲ ਨਾਲ ਉਸਨੇ ਆਪਣਾ ਖੂਨ ਬਹਾ ਦਿੱਤਾ। ਇਹ ਪਾਪਾਂ ਦੀ ਸਜ਼ਾ ਆਪਾਂ ਨੂੰ ਹਮੇਸ਼ਾ ਮਸੀਹੋ ਚੇਤੇ ਰੱਖਣਾ ਚਾਹੀਦਾ ਹੈ, ਤਾਂ ਕਿ ਅਸੀਂ ਪਾਪਾਂ ਤੋਂ ਰਹਿਤ ਰਹਿ ਸਕੀਏ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਬਾਰ-ਬਾਰ ਸਲੀਬ ਉੱਤੇ ਚੜਾਈਏ। ਉਸ ਦੀ ਕਿਰਪਾ ਤੇ ਉਸ ਦੀ ਦਇਆ ਨੂੰ ਹਮੇਸ਼ਾ ਆਪਾਂ ਯਾਦ ਰੱਖਣਾ। ਆਪਾਂ ਨੂੰ ਪਤਾ ਹੈ ਕਿ ਅਸੀਂ ਆਪਣੇ ਕਰਨੀਆਂ ਦੇ ਅਨੁਸਾਰ ਕਦੀ ਵੀ ਸਵਰਗ ਦੇ ਭਾਗ ਨਹੀਂ ਸੀ ਬਣ ਸਕਦੇ। ਅਸੀਂ ਆਪਣੇ ਕਰਨੀਆਂ ਦੇ ਅਨੁਸਾਰ ਕਦੀ ਵੀ ਪਾਪਾਂ ਤੋਂ ਛੁਟਕਾਰਾ ਨਹੀਂ ਸੀ ਪਾ ਸਕਦੇ ਤੇ ਨਾ ਹੀ ਸਾਨੂੰ ਮੁਕਤੀ ਮਿਲ ਸਕਦੀ ਸੀ। ਉਸ ਦੀ ਕਿਰਪਾ ਤੇ ਉਸ ਦੀ ਦਇਆ ਜੋ ਸਾਡੇ ਉੱਪਰ ਉਸਨੇ ਕੀਤੀ, ਉਹਦੇ ਕਾਰਨ ਸਾਨੂੰ ਇਹ ਜੀਵਨ ਬਖਸ਼ਿਆ ਗਿਆ ਹੈ। ਸੇ ਪਾਪ ਕਰਨ ਤੋਂ ਸਾਨੂੰ ਨਫ਼ਰਤ ਕਰਨੀ ਚਾਹੀਦੀ ਹੈ। ਰੱਬ ਦੇ ਕੋਲੋਂ ਡਰਨਾ ਚਾਹੀਦਾ ਹੈ। ਜੋ ਪਵਿੱਤਰ ਡਰ ਦੇ ਨਾਲ ਆਪਾਂ ਡਰਨਾ ਹੈ, ਕਿਉਂਕਿ ਸਾਡਾ ਜੋ ਪਰਮੇਸ਼ਵਰ ਹੈ ਉਹ ਪਿਆਰ ਕਰਦਾ ਹੈ। ਇਸ ਲਈ ਆਪਾਂ ਪਰਮੇਸ਼ਵਰ ਕੋਲੋਂ ਡਰਨਾ ਕਿ ਅਸੀਂ ਪਾਪਾਂ ਵਿੱਚ ਮੁੜ ਕੇ ਫਿਰ ਨਾ ਫਸ ਜਾਈਏ। ਫਿਰ ਅਸੀਂ ਚਾਨਣ ਵਿੱਚ ਚੱਲਣਾ ਹੈ, ਅੰਧੇਰੇ ਦੇ ਕੰਮਾਂ ਨੂੰ ਛੱਡ ਕੇ। ਜੇਕਰ ਆਪਾਂ ਇਸ ਤਰੀਕੇ ਕਰਾਂਗੇ, ਕਿਉਂਕਿ ਪ੍ਰਭੂ ਯਿਸੂ ਮਸੀਹ ਜਗਤ ਦਾ ਨੂਰ ਹੈ, ਉਹ ਜੱਗ ਦਾ ਚਾਨਣ ਹੈ, ਤੇ ਆਪਾਂ ਫਿਰ ਚਾਨਣ ਵਿੱਚ ਆਪਣੀ ਜ਼ਿੰਦਗੀ ਕੱਟਣੀ ਹੈ। ਆਪਾਂ ਲੁਕੋ ਕੇ ਨਹੀਂ ਰਹਿਣਾ ਆਦਮ ਤੇ ਹਵਾ ਵਾਂਗੂ, ਬਲਕਿ ਅਸੀਂ ਪਰਮੇਸ਼ਰ ਦੇ ਵਿੱਚ ਮਜ਼ਬੂਤ ਰਹਿਣਾ, ਪਰਮੇਸ਼ਰ ਦੇ ਚਾਨਣ ਵਿੱਚ ਚੱਲਣਾ ਹੈ। ਆਪਾਂ ਹਮੇਸ਼ਾ ਯਾਦ ਰੱਖਣਾ ਹੈ ਕਿ ਪਵਿੱਤਰ ਆਤਮਾ ਦੇ ਵਸੀਲੇ ਨਾਲ ਸਾਡਾ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਹਮੇਸ਼ਾ ਰਹਿੰਦਾ ਹੈ। ਜਿੱਥੇ ਕਿਤੇ ਤੁਸੀਂ ਜਾਂਦੇ ਹੋ ਉਹ ਤੁਹਾਡੇ ਨਾਲ ਹੈ। ਜੋ ਤੁਸੀਂ ਕੁਝ ਬੋਲਦੇ ਹੋ ਉਹ ਸੁਣਦਾ ਹੈ। ਜੋ ਕੁਝ ਤੁਸੀਂ ਕਰੋਗੇ ਉਹ ਦੇਖਦਾ ਹੈ ਤੇ ਤੁਹਾਨੂੰ ਉਹ ਫਲ ਵੀ ਦੇਵੇਗਾ। ਰੋਜ਼ਾਨਾ ਬਾਈਬਲ ਆਪਾਂ ਪੜ੍ਹਨੀ ਹੈ, ਰੋਜ਼ਾਨਾ ਪ੍ਰਾਰਥਨਾ ਕਰਨੀ ਹੈ, ਰੋਜ਼ਾਨਾ ਆਪਾਂ ਆਰਾਧਨਾ ਕਰਨੀ ਹੈ, ਰੋਜ਼ਾਨਾ ਆਪਾਂ ਉਪਾਸਨਾ ਕਰਨੀ ਹੈ, ਤੇ ਹੋ ਸਕੇ ਆਪਾਂ ਮਸੀਹਾਂ ਨਾਲ ਇੱਕ ਦੂਜੇ ਨਾਲ ਸੰਗਤੀ ਵੀ ਕਰ ਸਕੀਏ। ਫਿਰ ਹੀ ਆਪਾਂ ਪਾਪਾਂ ਤੋਂ ਰਹਿਤ ਰਹਿ ਸਕਦੇ ਹਾਂ, ਦੂਰ ਰਹਿ ਸਕਦੇ ਹਾਂ। ਯਾਦ ਰੱਖਣਾ ਕਿ ਰੱਬ ਤੁਹਾਨੂੰ ਪਿਆਰ ਕਰਦਾ ਹੈ। ਜਿਸ ਵੀ ਤੁਸੀਂ ਹਾਲਤ ਵਿੱਚ ਜਾਂਦੇ ਹੋ, ਲੰਘਦੇ ਹੋ, ਕੋਈ ਮੁਸੀਬਤ ਤੁਹਾਡੇ ਉੱਤੇ ਆਈ ਹੈ, ਤੁਸੀਂ ਇਹ ਜਾਣਦੇ ਹੋ ਕਿ ਪਰਮੇਸ਼ਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਪਿਆਰ ਕਰਦਾ ਹੈ ਤੇ ਪਾਪ ਨੂੰ ਨਫ਼ਰਤ ਕਰਦਾ ਹੈ। ਆਮੈਨ।